Class 9 the exercise 12.2 the first question. A park in the shape of quadrilateral ABCD has angle C equal to 90 degree, AB equal to 9 meter, BC equal to 12 meter, CD equal to 5, AD equal to 8. How much area does it occupy? एक पार्क है ਜਿਹਦੀ ਸ਼ੇਪ ਹੈ ਕੁਆਡਰੀਲੇਟਰਲ ਦੀ, ਆ ਕੁਆਡਰੀਲੇਟਰਲ ਸ਼ੇਪ ਹੁੰਦੀ ਹੈ, ਠੀਕ ਹੈ। ABCD ਹੈ, ਹੈਜ਼ C ਇਕੁਅਲ ਟੂ 90 ਡਿਗਰੀ। ਸੀ ਜਿਹੜਾ ਐਂਗਲ ਹੈ ਇਹਦੇ ਵਿੱਚ ਦਿੱਤਾ ਹੋਇਆ ਉਹ 90 ਡਿਗਰੀ ਹੈ। ਅਤੇ ਉਸ ਤੋਂ ਬਾਅਦ ਕੀ ਦਿੱਤਾ ਉਹਨਾਂ ਨੇ, ਏ ਬੀ ਕਿੰਨਾ 9, ਏ ਬੀ ਇਕੁਅਲ ਟੂ ਆਪਣੇ ਕੋਲ 9 ਮੀਟਰ ਹੈ, ਬੀ ਸੀ ਆਪਣੇ ਕੋਲ 12 ਮੀਟਰ ਹੈ, ਸੀ ਡੀ ਆਪਣੇ ਕੋਲ 5 ਮੀਟਰ ਹੈ, ਅਤੇ ਏ ਡੀ ਹੈ 8 ਮੀਟਰ, ਠੀਕ ਹੈ। ਹਾਊ ਮਚ ਏਰੀਆ ਡਜ਼ ਇਟ ਆਕਿਊਪਾਈ, ਆਪਾਂ ਇਹ ਪਤਾ ਕਰਨਾ ਵੀ ਜਿਹੜਾ ਕੁਆਡਰੀਲੇਟਰਲ ਸ਼ੇਪ ਹੈ ਇਹ ਕਿੰਨਾ ਏਰੀਆ ਨੂੰ ਘੇਰਦਾ, ਠੀਕ ਹੈ। ਜੋ ਕਿ ਪਾਰਕ ਵਿੱਚ ਦਿੱਤਾ ਹੋਇਆ ਆਪਾਂ ਨੂੰ, ਇਹਨੂੰ ਪਾਰਕ ਕਿਹਾ ਗਿਆ ਵੀ ਕਿੰਨਾ ਏਰੀਆ ਆਕਿਊਪਾਈ ਕਰਦਾ, ਮਤਲਬ ਕਿੰਨਾ ਘੇਰਦਾ। ਤਾਂ ਆਪਾਂ ਸਭ ਨੂੰ ਪਹਿਲਾਂ ਇਸ ਪੂਰੇ ਕੁਆਡਰੀਲੇਟਰਲ ਦਾ ਕੱਢਣ ਲਈ ਆਪਾਂ ਨੂੰ ਪਹਿਲਾਂ ਏਸ ਟ੍ਰਾਇੰਗਲ ਦਾ ਕੱਢਣਾ ਪੈਣਾ, ਫਿਰ ਆਪਾਂ ਨੂੰ ਏਸ ਟ੍ਰਾਇੰਗਲ ਦਾ। ਫਿਰ ਆਪਾਂ ਇਹਨੂੰ ਕਿਵੇਂ ਲਿਖ ਸਕਦੇ ਹਾਂ, ਏਰੀਆ ABCD, area of quadrilateral ABCD equals to area ABD। ਜੇ ਪੂਰੇ ਆਪਾਂ ਕੁਆਡਰੀਲੇਟਰਲ ਦਾ ਏਰੀਆ ਕੱਢਣਾ, ਪਹਿਲਾਂ ਆਪਾਂ ਨੂੰ ਇੱਕ ਟ੍ਰਾਇੰਗਲ ਦਾ ਪਤਾ ਹੋਣਾ ਚਾਹੀਦਾ, ਫਿਰ ਦੂਸਰੇ ਦਾ। ਮਤਲਬ ਇਹਨੂੰ ਆਪਾਂ ਐਂ ਲਿਖ ਸਕਦੇ ਹਾਂ, ਏਰੀਆ ABD ਪਲੱਸ ਏਰੀਆ ਦੂਸਰਾ ਕਿੰਨਾ ਬਣ ਰਿਹਾ ਆਪਣੇ ਕੋਲ ਟ੍ਰਾਇੰਗਲ BCD, ਏਰੀਆ BCD, ਠੀਕ ਹੈ। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, ਏਰੀਆ ABCD ਪਹਿਲਾਂ ਇੱਕ ਆ ਟ੍ਰਾਇੰਗਲ ਦਾ ਏਰੀਆ ਅਤੇ ਇੱਕ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ, ਏਰੀਆ ਆਪਾਂ ਪਹਿਲਾਂ ਇੱਕ ਟ੍ਰਾਇੰਗਲ ਦਾ ਕੱਢਣਾ, ਪਹਿਲਾਂ ਆਪਾਂ BCD ਦਾ ਕੱਢਦੇ ਹਾਂ। ਹੁਣ BCD ਜਿਹੜਾ ਟ੍ਰਾਇੰਗਲ ਬਣ ਰਿਹਾ ਉਹ ਕਿਹੜਾ ਟ੍ਰਾਇੰਗਲ ਆ, ਰਾਈਟ ਐਂਗਲ ਟ੍ਰਾਇੰਗਲ ਆ। ਰਾਈਟ ਐਂਗਲ ਟ੍ਰਾਇੰਗਲ ਕਿਹੜਾ ਹੁੰਦਾ, ਜਿਹਦੇ 90 ਡਿਗਰੀ ਐਂਗਲ ਬਣ ਰਿਹਾ, ਠੀਕ ਹੈ। ਜਿਹਦਾ 90 ਡਿਗਰੀ ਐਂਗਲ ਹੋਵੇ, ਜਿਹਦੇ ਵਿੱਚ ਉਹਨੂੰ ਰਾਈਟ ਐਂਗਲ ਟ੍ਰਾਇੰਗਲ ਕਹਿੰਦੇ ਆ। ਆਪਾਂ ਪਹਿਲਾਂ ਇਹਦਾ ਏਰੀਆ ਕੱਢਣਾ, ਇਹਦੇ ਵਿੱਚ ਏਰੀਆ ਆਫ ਟ੍ਰਾਇੰਗਲ BCD, ਰਾਈਟ ਐਂਗਲ ਟ੍ਰਾਇੰਗਲ ਦੇ ਏਰੀਏ ਦਾ ਕੀ ਫਾਰਮੂਲਾ ਹੁੰਦਾ, 1/2 ਮਲਟੀਪਲਾਈ ਬੇਸ ਮਲਟੀਪਲਾਈ ਪਰਪੈਂਡੀਕੂਲਰ, ਠੀਕ ਹੈ। ਇਹ ਏਰੀਆ ਆਫ ਰਾਈਟ ਐਂਗਲ ਟ੍ਰਾਇੰਗਲ ਦਾ ਫਾਰਮੂਲਾ ਹੁੰਦਾ। ਤਾਂ ਇਹਦੇ ਵਿੱਚ ਆਪਾਂ ਹੁਣ ਵੈਲਿਊ ਭਰਾਂਗੇ ਜੋ ਕਿ ਆਪਾਂ ਨੂੰ ਗਿਵਨ ਹੈ, ਦਿੱਤੀਆਂ ਹੋਈਆਂ ਆਪਾਂ ਨੂੰ ਵੈਲਿਊ ਫਿਲ ਕਰਦੇ ਹਾਂ। ਇਹਦੇ ਵਿੱਚ 1/2 ਬੇਸ ਕਿੰਨਾ ਦਿੱਤਾ ਹੋਇਆ ਆਪਾਂ ਨੂੰ 12 ਮੀਟਰ, ਆ ਬੇਸ ਹੁੰਦਾ ਨਾ, ਆਹ ਬੇਸ ਹੁੰਦਾ, ਪਰਪੈਂਡੀਕੂਲਰ ਹੁੰਦਾ, ਅਤੇ ਆਹ ਹਾਈਪੋਟੀਨਿਊਜ਼ ਹੁੰਦਾ, ਠੀਕ ਹੈ। ਬੇਸ ਕਿੰਨਾ 12 ਮਲਟੀਪਲਾਈ ਪਰਪੈਂਡੀਕੂਲਰ ਕਿੰਨਾ ਆਪਣੇ ਕੋਲ 5। ਹੁਣ ਇਹਨੂੰ ਆਪਾਂ ਕੱਟ ਕਰਨਾ, 2 6 ਆ 12, 6 5 30, ਤਾਂ ਆਪਣੇ ਕੋਲ ਆ ਗਿਆ 30 ਮੀਟਰ ਸਕੇਅਰ। ਇਹ ਆਪਣੇ ਕੋਲ ਏਰੀਆ ਆ ਗਿਆ BCD ਟ੍ਰਾਇੰਗਲ ਦਾ, ਠੀਕ ਹੈ। ਇਸ ਟ੍ਰਾਇੰਗਲ ਦਾ ਏਰੀਆ ਆ ਗਿਆ ਆਪਣੇ ਕੋਲ 30 ਮੀਟਰ ਸਕੇਅਰ। ਹੁਣ ਇਸ ਤੋਂ ਬਾਅਦ ਕੀ ਕਰਨਾ ਆਪਾਂ, ਹੁਣ ਆਪਾਂ ਨੂੰ ਦੂਸਰੇ ਟ੍ਰਾਇੰਗਲ ਦਾ ਜਿਹੜਾ ਏਰੀਆ ਕੱਢਣ ਦੀ ਲੋੜ ਹੈ ABD, ਪਰ ਉਸ ਤੋਂ ਪਹਿਲਾਂ ਇਹ ਕੱਢਣ ਲਈ ਆਪਾਂ ਨੂੰ BD ਜਿਹੜੀ ਸਾਈਡ ਹੈ ਇਹ ਪਤਾ ਕਰਨੀ ਪੈਣੀ ਹੈ। BD ਸਾਈਡ ਨਹੀਂ ਨਾ ਹੈਗੀ ਆਪਣੇ ਕੋਲ, ਤਾਂ ਇਸ ਕਰਕੇ ਆਪਾਂ ਨੂੰ ਪਹਿਲਾਂ BD ਸਾਈਡ ਫਾਈਂਡ ਕਰਨੀ ਪੈਣੀ, ਫਿਰ ਇਸ ਜਿਹੜਾ ਟ੍ਰਾਇੰਗਲ ਹੈ ਇਹਦਾ ਏਰੀਆ ਨਿਕਲੂਗਾ, ਠੀਕ ਹੈ। ਹੁਣ ਆਪਾਂ ਪਹਿਲਾਂ ਸਾਈਡ BD ਫਾਈਂਡ ਕਰਦੇ ਹਾਂ, ਸਾਈਡ BD ਇਕੁਅਲਸ ਟੂ, ਹੁਣ ਇਹ 'ਤੇ ਇੱਕ ਟ੍ਰਾਇੰਗਲ ਹੈ ਜੋ ਕਿ ਰਾਈਟ ਐਂਗਲਡ ਹੈ, ਤਾਂ ਰਾਈਟ ਐਂਗਲ ਟ੍ਰਾਇੰਗਲ ਦੀ ਜੇ ਸਾਈਡ ਕੱਢਣੀ ਹੋਵੇ ਤਾਂ ਫਾਰਮੂਲਾ ਕਿਹੜਾ ਲੱਗਦਾ ਹੁੰਦਾ, ਉੱਥੇ ਪਾਈਥਾਗੋਰਸ ਥਿਊਰਮ ਲੱਗਦੀ ਹੁੰਦੀ ਹੈ। ਜਿਹੜਾ 90 ਡਿਗਰੀ ਵਾਲਾ ਟ੍ਰਾਇੰਗਲ ਹੋਵੇ ਉਹਦੇ 'ਤੇ ਪਾਈਥਾਗੋਰਸ ਥਿਊਰਮ ਲੱਗਦੀ ਜੇ ਸਾਈਡ ਕੱਢਣੀ ਹੋਵੇ ਤਾਂ, ਠੀਕ ਹੈ। ਤਾਂ ਇੱਥੇ ਆਪਾਂ ਲਿਖਾਂਗੇ ਫਿਰ ਪਾਈਥਾਗੋਰਸ ਥਿਊਰਮ ਕਿਹੜੀ ਹੁੰਦੀ ਹੈ, ਇੱਥੇ ਮੈਂ ਲਿਖ ਦਿੰਦਾ ਪਾਈਥਾਗੋਰਸ ਥਿਊਰਮ। ਇਹ ਕਿਹੜੀ ਹੁੰਦੀ ਹੈ ਪਾਈਥਾਗੋਰਸ ਥਿਊਰਮ, ਹਾਈਪੋਟੀਨਿਊਜ਼ ਦਾ ਸਕੇਅਰ, ਪਰਪੈਂਡੀਕੂਲਰ ਦਾ ਸਕੇਅਰ ਐਂਡ ਬੇਸ ਦਾ ਸਕੁਏਅਰ। ਆਹ ਹਾਈਪੋਟੀਨਿਊਜ਼ ਹੁੰਦਾ, ਪਰਪੈਂਡੀਕੂਲਰ ਹੁੰਦਾ, ਤਾਂ ਬੇਸ ਹੁੰਦਾ, ਇਹਨੂੰ ਕਹਿੰਦੇ ਪਾਈਥਾਗੋਰਸ ਥਿਊਰਮ, ਇਹ ਫਾਰਮੂਲਾ, ਠੀਕ ਹੈ। ਹੁਣ ਇਸ ਤੋਂ ਬਾਅਦ ਹਾਈਪੋਟੀਨਿਊਜ਼ ਦਾ ਸਕੇਅਰ ਕਿਹੜਾ ਇਹਦੇ 'ਚੋਂ BD, ਜਿਹੜੀ ਕਿ ਆਪਾਂ ਫਿਲ ਕਰਨੀ ਲੱਭਣੀ ਹੈ, ਠੀਕ ਹੈ। BD ਲਿਖਾਂਗੇ ਇੱਥੇ ਆਪਾਂ BD ਦਾ ਸਕੇਅਰ, ਪਹਿਲਾਂ ਆਪਾਂ ਜੋ ਇਹ ਲਿਖਣਾ ਇਹਦੀ ਸਾਈਡ ਹੈ ਜੋ ਦਿੱਤੀਆਂ, ਠੀਕ ਹੈ। ਪਰਪੈਂਡੀਕੂਲਰ ਦਾ ਸਕੇਅਰ, ਪਰਪੈਂਡੀਕੂਲਰ ਕਿੰਨੀ ਹੈ ਆਪਣੇ ਕੋਲ, ਕੀ ਸਾਈਡ ਦਾ ਨਾਮ ਹੈ ਪਰਪੈਂਡੀਕੂਲਰ ਦਾ
ਜਾਂ ਆਪਾਂ ਸਿੱਧਾ ਆਪਾਂ ਐਂ ਕਰਦੇ ਹਾਂ ਵੈਲਿਊ ਫਿਲ ਕਰ ਦਿੰਦੇ ਹਾਂ। ਪਰਪੈਂਡੀਕੂਲਰ ਦੀ ਕਿੰਨੀ ਵੈਲਿਊ ਹੈ 5 ਮੀਟਰ ਹੈ ਨਾ, ਆਹ ਸੀ ਡੀ ਸਾਈਡ ਆ ਜੋ ਕਿ ਇਹਨੂੰ ਵੈਲਿਊ ਫਿਲ ਹੀ ਕਰ ਦਿੰਦੇ ਹਾਂ, ਉਹ ਲਿਖਣ ਦੀ ਲੋੜ ਹੀ ਨਹੀਂ ਆਪਾਂ ਨੂੰ। 5 ਦਾ ਸਕੇਅਰ ਪਲੱਸ ਬੇਸ ਕਿੰਨਾ 12, ਤਾਂ ਆਪਾਂ ਬੇਸ ਦੀ ਵੈਲਿਊ ਫਿਲ ਕਰ ਦਿੰਦੇ ਹਾਂ 12 ਦਾ ਸਕੇਅਰ। ਠੀਕ ਹੈ, ਹੁਣ ਉਸ ਤੋਂ ਬਾਅਦ ਅੱਗੇ ਸੋਲਵ ਕਰਦੇ ਹਾਂ। ਬੀ ਡੀ ਸਕੇਅਰ ਉਵੇਂ ਹੀ ਲਿਖ ਦਿੰਦੇ ਹਾਂ, ਬੀ ਡੀ ਸਕੇਅਰ ਇਕੁਅਲਸ ਟੂ 5 ਦਾ ਸਕੇਅਰ ਕਿੰਨਾ ਹੁੰਦਾ 25 ਅਤੇ 12 ਦਾ ਸਕੇਅਰ ਹੁੰਦਾ 144। ਹੁਣ ਇਸ ਤੋਂ ਬਾਅਦ ਬੀ ਡੀ ਦਾ ਸਕੁਏਅਰ ਇਕੁਅਲਸ ਟੂ 25 ਪਲੱਸ 144, ਇਹ ਆ ਜਾਊਗਾ 169 ਆ ਜੂ। ਹੁਣ ਇੱਧਰ ਸਕੇਅਰ ਹੈ, ਇੱਧਰ ਕੁਛ ਵੀ ਹੈ ਨਹੀਂ, ਇਸ ਕਰਕੇ ਆਪਾਂ ਇਹ ਸਕੇਅਰ ਨੂੰ ਇੱਧਰ ਲੈ ਜਾਂਦੇ ਹਾਂ ਅਤੇ ਸਕੇਅਰ ਕਾਹਦੇ ਵਿੱਚ ਚੇਂਜ ਹੋ ਜਾਊਗਾ ਰੂਟ ਦੇ ਵਿੱਚ। ਸਕੇਅਰ ਜਦੋਂ ਇੱਧਰ ਚਲੇ ਜਾਓ ਰੂਟ ਦੇ ਵਿੱਚ ਚੇਂਜ ਹੋ ਜਾਂਦਾ, ਤਾਂ 169 ਦੇ ਉੱਪਰ ਸਕੇਅਰ ਰੂਟ ਆ ਗਿਆ। ਠੀਕ ਹੈ, ਹੁਣ ਇਸ ਤੋਂ ਬਾਅਦ ਇਹਦੇ ਫੈਕਟਰ ਬਣ ਜਾਣਗੇ। 169 ਦੇ ਕੀ ਫੈਕਟਰ ਬਣਦੇ, ਇਹ ਆ ਜਾਊਗਾ 13, 169 ਦੇ ਬਣ ਜਾਂਦੇ 13 ਮਲਟੀਪਲਾਈ ਬਾਏ 13 ਇਕੁਅਲਸ ਟੂ ਪੇਅਰ ਬਣ ਗਿਆ ਸਕੇਅਰ ਰੂਟ ਦੇ ਵਿੱਚ, ਤਾਂ ਫਿਰ ਇੱਕ ਬਾਹਰ ਆ ਗਿਆ 13, ਤਾਂ ਬੀ ਡੀ ਦੀ ਵੈਲਿਊ ਕਿੰਨੀ ਆ ਗਈ 13। ਇੱਥੇ ਆਪਾਂ ਲਿਖ ਦਿੰਦੇ ਹਾਂ ਥੱਲੇ ਬੀ ਡੀ ਇਕੁਅਲਸ ਟੂ 13। ਆਪਣੇ ਕੋਲ ਹੁਣ ਸਾਈਡ ਕੀ ਆ ਗਈ ਬੀ ਡੀ 13, ਜਿਹੜੀ ਕਿ ਆਪਾਂ ਉਹ ਏ ਬੀ ਡੀ ਟਰੈਂਗਲ ਤੋਂ ਪਹਿਲਾਂ ਲੱਭਣੀ ਸੀ, ਤਾਂ ਇਹ ਆ ਗਿਆ ਬੀ ਡੀ, ਲਿਖ ਦਿੰਦੇ ਆਪਾਂ ਇੱਥੇ 13 ਮੀਟਰ। ਠੀਕ ਹੈ, ਅਤੇ ਮੀਟਰ ਲੱਗੂ ਕਿਉਂਕਿ ਬਾਕੀ ਸਾਰੀਆਂ ਜੋ ਵੀ ਦਿੱਤੀਆਂ ਹੋਈਆਂ ਵੈਲਿਊਜ਼ ਆਪਾਂ ਨੂੰ ਉਹਦੇ ਵਿੱਚ ਦਿੱਤੀਆਂ ਹੋਈਆਂ ਮੀਟਰ ਦੇ ਵਿੱਚ, ਤਾਂ ਬੀ ਡੀ ਇਕੁਅਲਸ ਟੂ 13 ਮੀਟਰ ਆ ਗਿਆ। ਠੀਕ ਹੈ, ਹੁਣ ਇਸ ਤੋਂ ਬਾਅਦ ਹੁਣ ਆਪਾਂ ਕੱਢ ਸਕਦੇ ਹਾਂ ਏਰੀਆ ਆਫ ਟਰੈਂਗਲ ਏ ਬੀ ਡੀ। ਪਹਿਲਾਂ ਆਪਾਂ ਬੀ ਸੀ ਡੀ ਦਾ ਕੱਢਿਆ ਸੀ, ਹੁਣ ਆਪਾਂ ਏ ਬੀ ਡੀ ਦਾ ਕੱਢ ਸਕਦੇ ਹਾਂ ਕਿਉਂਕਿ ਆਪਾਂ ਨੂੰ ਸਾਈਡ ਦਾ ਵੀ ਹੁਣ ਪਤਾ ਲੱਗ ਗਿਆ। ਹੁਣ ਆਪਾਂ ਏ ਬੀ ਡੀ ਦਾ ਜਿਹੜਾ ਏਰੀਆ ਫਾਈਂਡ ਕਰਾਂਗੇ। ਇੱਥੇ ਆਪਾਂ ਲਿਖਾਂਗੇ ਏਰੀਆ ਆਫ ਟਰੈਂਗਲ ਏ ਬੀ ਡੀ ਇਕੁਅਲਸ ਟੂ, ਹੁਣ ਏ ਬੀ ਡੀ ਦਾ ਆਪਾਂ ਟਰੈਂਗਲ ਦਾ ਕੀ ਕਰ ਸਕਦੇ ਹਾਂ ਹੀਰੋਨਸ ਫਾਰਮੂਲਾ, ਇਹਦੇ 'ਤੇ ਹੀਰੋਨਸ ਫਾਰਮੂਲਾ ਲੱਗੂਗਾ ਉਹਦੇ 'ਤੇ। ਇਸ ਕਰਕੇ ਜਦੋਂ ਆਪਾਂ ਇਹ ਫਾਈਂਡ ਕਰ ਰਹੇ ਸੀ ਬੀ ਸੀ ਡੀ ਟਰੈਂਗਲ, ਉਹ ਇਸ ਕਰਕੇ ਆਹ ਫਾਰਮੂਲਾ ਕਿਉਂਕਿ ਇਹ ਰਾਈਟ ਐਂਗਲ ਟਰੈਂਗਲ ਆ। ਠੀਕ ਹੈ, ਇਹ ਰਾਈਟ ਐਂਗਲ ਟਰੈਂਗਲ ਨਹੀਂ ਗਾ ਕਿਉਂਕਿ ਇਹਦੇ 'ਤੇ 90 ਡਿਗਰੀ ਦਾ ਐਂਗਲ ਨਹੀਂ ਨਾ ਬਣ ਰਿਹਾ, ਇਹਦੇ 'ਤੇ ਬਣ ਰਿਹਾ, ਇਸ ਕਰਕੇ ਇਹਦੇ 'ਤੇ ਆਹ ਵਾਲਾ ਫਾਰਮੂਲਾ ਲੱਗਾ ਸੀ ਕਿਉਂਕਿ ਇਹ ਰਾਈਟ ਐਂਗਲ ਟਰੈਂਗਲ, ਜੇ ਨਾ ਹੁੰਦਾ ਫਿਰ ਸਮ ਹੋਰ ਬਣ ਜਾਣਾ ਸੀ। ਹੁਣ ਟਰੈਂਗਲ ਏ ਬੀ ਡੀ ਹੈ, ਟਰੈਂਗਲ ਏ ਬੀ ਡੀ ਇੱਕ ਰਾਈਟ ਐਂਗਲ ਟਰੈਂਗਲ ਨੇ, ਇਸ ਕਰਕੇ ਇਹਦੇ 'ਤੇ ਹੀਰੋਨਸ ਫਾਰਮੂਲਾ ਲੱਗੂਗਾ। ਹੀਰੋਨਸ ਫਾਰਮੂਲਾ ਕੀ ਹੁੰਦਾ ਸਕੇਅਰ ਰੂਟ ਦੇ ਵਿੱਚ ਹੁੰਦਾ ਨਾ, ਐਸ ਮਾਈਨਸ ਏ, ਐਸ ਮਾਈਨਸ ਬੀ ਐਂਡ ਐਸ ਮਾਈਨਸ ਸੀ, ਇਹ ਹੁੰਦਾ ਆਪਣਾ ਹੀਰੋਨਸ ਫਾਰਮੂਲਾ। ਹੁਣ ਇਹਦੇ ਵਿੱਚ ਆਪਾਂ ਵੈਲਿਊਜ਼ ਫਿਲ ਕਰਦੇ ਹਾਂ। ਵੈਲਿਊਜ਼ ਫਿਲ ਕਰਨ ਤੋਂ ਪਹਿਲਾਂ ਆਪਾਂ ਨੂੰ ਐਸ ਫਾਈਂਡ ਕਰਨੀ ਪੈਣੀ ਹੈ, ਐਸ ਨਹੀਂ ਜੋ ਆਪਾਂ ਨੂੰ ਹਜੇ ਪਤਾ ਨਹੀਂ। ਐਸ ਆਪਾਂ ਕਿਵੇਂ ਫਾਈਂਡ ਕਰਦੇ ਹੁੰਦੇ ਹਾਂ, ਫਾਰਮੂਲਾ ਐਸ ਕੱਢਣ ਦਾ ਕੀ ਹੁੰਦਾ, ਸਾਈਡ 'ਤੇ ਲਿਖ ਦਿੰਦਾ ਮੈਂ ਐਸ ਇਕੁਅਲਸ ਟੂ ਏ ਪਲੱਸ ਬੀ ਪਲੱਸ ਸੀ ਅਪੋਨ 2, ਤਾਂ ਏ ਬੀ ਸੀ ਦੀ ਆਪਾਂ ਵੈਲਿਊ ਫਿਲ ਕਰ ਦਿੰਦੇ ਹਾਂ। ਏ ਬੀ ਸੀ ਦੀ ਵੈਲਿਊ ਕੀ ਹੈ ਆਪਾਂ ਉਸੇ ਟਰੈਂਗਲ ਦੇ ਵਿੱਚ ਹੀ ਵੇਖਾਂਗੇ ਨਾ। ਏ ਬੀ ਸੀ ਦੀ ਵੈਲਿਊ ਆਪਾਂ ਇਹ ਭਰਦੇ ਹਾਂ, ਜਿਹੜੀ ਮਰਜ਼ੀ ਸਾਈਡ ਨੂੰ ਏ ਬੀ ਸੀ ਤੁਸੀਂ ਮੰਨ ਲਓ 13 ਹੈ, 8 ਹੈ ਅਤੇ 9 ਹੈ, 13 8 ਪਲੱਸ 9 ਨੂੰ ਆਪਾਂ ਏ ਬੀ ਸੀ ਫਿਲ ਕਰ ਦਿੰਦੇ ਹਾਂ, ਤਾਂ ਆਪਣੇ ਕੋਲ ਐਸ ਆ ਜੂ, ਫਿਰ ਅਪੋਨ 2 ਹੋ ਜੂਗਾ ਇਹਦੇ 13 ਪਲੱਸ 8 ਪਲੱਸ 9 ਕਿੰਨੇ ਹੋ ਜਾਣਗੇ 30। ਠੀਕ ਹੈ, 21 ਪਲੱਸ 9 ਹੋ ਜਾਣਗੇ 30 ਅਪੋਨ 2, ਤਾਂ 2 ਨੂੰ ਆਪਾਂ ਇਹਦੇ ਨਾਲ ਕੱਢ ਦਾਂਗੇ 15, ਇਹ 15 ਆ ਜਾਊਗਾ ਆਪਣੇ ਕੋਲ। ਐਸ ਇਕੁਅਲ ਟੂ ਆਪਣੇ ਕੋਲ ਆ ਗਿਆ 15, ਐਸ ਦੀ ਵੈਲਿਊ ਹੁਣ ਆਪਣੇ ਕੋਲ ਕੀ ਆ ਗਈ 15। ਠੀਕ ਹੈ, ਹੁਣ ਐਸ ਦੀ ਵੈਲਿਊ ਇਹਦੇ 'ਚ ਆਪਾਂ 15 ਫਿਲ ਕਰ ਦਾਂਗੇ, ਅਤੇ ਏ ਬੀ ਸੀ ਜੋ ਆਪਣੇ ਕੋਲ ਟਰੈਂਗਲ ਦੀ ਵੈਲਿਊ ਦਿੱਤੀਆਂ ਹੋਈਆਂ ਉਹ ਵੀ ਫਿਲ ਕਰਾਂਗੇ। ਠੀਕ ਹੈ, ਇਹਦੇ ਵਿੱਚ ਵੈਲਿਊਜ਼ ਫਿਲ ਕਰਦੇ ਹਾਂ। ਹੁਣ ਐਸ ਦੀ ਵੈਲਿਊ ਕਿੰਨੀ ਜੋ ਕੱਢੀ ਸੀ ਆਪਾਂ 15, ਫਿਰ ਐਸ ਦੀ ਵੈਲਿਊ ਕਿੰਨੀ ਐਸ ਮਾਈਨਸ ਏ ਹੈ ਫਾਰਮੂਲੇ ਵਿੱਚ 15 ਮਾਈਨਸ ਏ ਸਾਈਡ ਕਿੰਨੀ ਹੈ
ए साइड जी मर्जी मान लो, ये 13 मान लें आप, ठीक है। ए साइड 13, बी साइड 8 एंड थर्ड साइड 9 आप फिल करते हैं ये। ए साइड कितनी 13, ठीक है। एस माइनस बी, एस कितनी है 15, माइनस बी की वैल्यू कितनी है 8, फिर एस माइनस सी, एस कितनी है 15, माइनस सी की वैल्यू कितनी है 9, 15 माइनस 9, ठीक है। हुण उस तो बाद 15 ਨੂੰ ਆਪਾਂ ਉਵੇਂ ਲਿਖ ਦੇਣਾ, 15 ਮਾਈਨਸ 13 2 ਬ੍ਰੈਕਟ ਉਵੇਂ, ਠੀਕ ਹੈ। 15 ਮਾਈਨਸ 8 ਕਿੰਨੇ ਹੋ ਜਾਣਗੇ 7, ਫਿਰ 15 ਮਾਈਨਸ 9 ਕਿੰਨੇ ਹੋ ਜਾਣਗੇ 6 ਬ੍ਰੈਕਟ ਉਵੇਂ, ਠੀਕ ਹੈ। ਹੁਣ ਇਸ ਤੋਂ ਬਾਅਦ ਆਪਾਂ ਇਹਦੀਆਂ ਜੋ ਬ੍ਰੈਕਟਸ ਆ ਉਹ ਤੋੜ ਦਿੰਦੇ ਹਾਂ, ਫਿਰ ਅੱਗੇ ਸੋਲਵ ਕਰਾਂਗੇ। 15 ਮਲਟੀਪਲਾਈ ਬਾਈ 2 ਮਲਟੀਪਲਾਈ 7 ਐਂਡ ਮਲਟੀਪਲਾਈ 6, ठीक है। ये हो गया अपने को पेयर बन गए। हम पेयर अगे बन गए, एक बारी आप जो है ब्रैकेट्स तोड़ती हैं, ठीक है। हम नैक्सट हम ये पेयर बन गए 15 सी, 15 के की पेयर बन जाएंगे 3 मल्टीप्लाई बाय 5, ठीक है। फिर उस तो बाद की सीगा 2 सी, 2 उवें का उवें लग जूगा। फिर उस तो बाद की सी अगे 7, 7 भी आप उवें लिख दें, ठीक है। फिर उस तो बाद की है 6, 6 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 6 ਦੇ ਕੀ ਫੈਕਟਰ ਬਣ ਜਾਣਗੇ 2 ਮਲਟੀਪਲਾਈ ਬਾਈ 3, ਠੀਕ ਹੈ। 5 ਨੂੰ ਆਪਾਂ 15 ਨੂੰ ਆਪਾਂ 3 ਮਲਟੀਪਲਾਈ 5 ਲਿਖਤਾ, ਅਤੇ 6 ਨੂੰ ਆਪਾਂ 2 ਮਲਟੀਪਲਾਈ ਬਾਈ 3 ਲਿਖਤਾ, ਅਤੇ 2 ਅਤੇ 7 ਉਵੇਂ ਹੀ ਆ ਗਏ। ਹੁਣ ਇਹਦੇ ਵਿੱਚ ਪੇਅਰ ਬਣ ਰਹੇ ਆ, ਕਿਹਦੇ ਕਿਹਦੇ ਪੇਅਰ ਬਣ ਰਹੇ ਆ, ਆਹ ਵੇਖੋ 3 ਵੀ 2 ਵਾਰੀ ਆ ਰਿਹਾ, ਅਤੇ ਜਿਹੜਾ 2 ਆ ਉਹ ਵੀ 2 ਵਾਰੀ ਆ ਰਿਹਾ, ਵਿੱਚ ਕੀ ਰਹਿ ਰਿਹਾ 5 ਐਂਡ 7, ਠੀਕ ਹੈ। ਆ 3 ਵੀ 2 ਵਾਰੀ ਹੈ, ਅਤੇ ਜਿਹੜਾ 2 ਆ 2 ਆ ਉਹ ਵੀ 2 ਵਾਰੀ, ਠੀਕ ਹੈ। 5 7 ਉਵੇਂ ਹੀ, ਫਿਰ ਇਹਦੇ ਆਪਾਂ ਉਵੇਂ ਪੇਅਰ ਬਣਾ ਦਾਂਗੇ, ਠੀਕ ਹੈ। ਜਾਂ ਇੱਕ ਬਾਰ ਕੱਢ ਹੀ ਲੈਂਦੇ ਆਪਾਂ। ਇਹਨੂੰ ਆਪਾਂ ਪਹਿਲਾਂ ਨਾਲ ਲਿਖ ਦਿੰਦੇ ਹਾਂ, ਫਿਰ ਅਗਲੇ ਸਟੈਪ ਦੇ ਵਿੱਚ ਆਪਾਂ ਇਹਨੂੰ ਬਾਹਰ ਕੱਢਦੇ ਹਾਂ ਸਕੁਏਅਰ ਰੂਟ ਤੋਂ। 3 ਮਲਟੀਪਲਾਈ ਬਾਈ 3 ਠੀਕ ਹੈ, 2 ਮਲਟੀਪਲਾਈ ਬਾਈ 2 ਐਂਡ 5 ਮਲਟੀਪਲਾਈ ਬਾਈ 7, ਠੀਕ ਹੈ। ਪੇਅਰ ਬਣ ਗਏ, ਇੱਕ ਇੱਕ ਬਾਹਰ ਆ ਜਾਊਗਾ। ਹੁਣ 3 ਦਾ ਪੇਅਰ 3 ਬਾਹਰ ਆ ਗਿਆ, 2 ਦਾ ਪੇਅਰ 2 ਬਾਹਰ ਆ ਗਿਆ, ਮਲਟੀਪਲਾਈ ਇੱਥੇ ਸਕੁਏਅਰ ਰੂਟ ਆਊਗਾ ਆਪਣੇ ਕੋਲ, ਸਕੁਏਅਰ ਰੂਟ 5 ਮਲਟੀਪਲਾਈ ਬਾਈ 7 ਉਵੇਂ ਲਿਖਿਆ ਆ ਜਾਊਗਾ, ਠੀਕ ਹੈ। ਹੁਣ ਅੱਗੇ ਸੋਲਵ ਕਰਦੇ ਹਾਂ। 3 ਮਲਟੀਪਲਾਈ ਬਾਈ 2 6 ਐਂਡ 5 ਮਲਟੀਪਲਾਈ ਬਾਈ 7 ਸਕੁਏਅਰ ਰੂਟ ਦੇ ਵਿੱਚ ਉਵੇਂ 35, 5 7 ਦਾ 35 ਹੁੰਦੇ ਆ ਨਾ, ਇਹ ਆਪਣੇ ਕੋਲ ਕੀ ਆ ਗਿਆ 6 ਸਕੁਏਅਰ ਰੂਟ 35, ਠੀਕ ਹੈ। ਹੁਣ ਨੈਕਸਟ ਇਹਦੇ ਵਿੱਚ ਕੀ ਆਊਗਾ 6 ਉਵੇਂ ਦਾ ਉਵੇਂ, ਤਾਂ ਆਪਾਂ ਇਹਨੂੰ ਸਕੁਏਅਰ ਰੂਟ 35 ਨੂੰ ਆਪਾਂ ਸੋਲਵ ਕਰਨਾ। ਇਹਦੀ ਅਪਰੋਕਸੀਮੇਟ ਵੈਲਿਊ ਆਪਣੇ ਕੋਲ ਆਊਗੀ 5.91। ਇਹ ਸੋਲਵ ਕਰਕੇ ਸਕੁਏਅਰ ਰੂਟ ਦੀ 35 ਨੂੰ ਸੋਲਵ ਕਰਕੇ ਆਪਣੇ ਕੋਲ ਅਪਰੋਕਸੀਮੇਟ ਵੈਲਿਊ ਆਊਗੀ 5.91, ਠੀਕ ਹੈ। 5.91 ਨੂੰ ਹੁਣ ਆਪਾਂ ਮਲਟੀਪਲਾਈ ਕਰ ਦੇਣਾ, ਮਲਟੀਪਲਾਈ ਕਰਕੇ ਕੀ ਆਊਗਾ 35.46, ਇਹ ਮਲਟੀਪਲਾਈ ਕਰਕੇ ਆਪਣੇ ਕੋਲ ਇਹ ਆਊਗਾ, ਠੀਕ ਹੈ 35.46। ਤਾਂ ਇਹ ਆਪਣੇ ਕੋਲ ਕੀ ਆ ਗਿਆ ਏਰੀਆ ਆਫ ਟ੍ਰਾਇੰਗਲ ABD, ਇਹ ਏਰੀਆ ਆ ਗਿਆ ਆਪਣੇ ਕੋਲ। ਇੱਥੇ ਆਪਾਂ ਲਿਖ ਦਿੰਦੇ ਹਾਂ ਏਰੀਆ ਆਫ ਟ੍ਰਾਇੰਗਲ ABD 35.46, ਠੀਕ ਹੈ। ਅਤੇ ਜਿਹੜਾ ਆਪਾਂ ਪਹਿਲਾਂ ਏਰੀਆ ਕੱਢਿਆ ਸੀ ਉਹ ਕਿਹੜੇ ਟ੍ਰਾਇੰਗਲ ਦਾ ਕੱਢਿਆ ਸੀ BCD ਦਾ, ਉਹ ਕੀ ਸੀਗਾ ਏਰੀਆ ਆਫ ਟ੍ਰਾਇੰਗਲ BCD ਕਿੰਨਾ ਕੱਢਿਆ ਸੀ ਆਪਾਂ 30 ਮੀਟਰ ਸਕੁਏਅਰ, ਇੱਥੇ ਆਪਾਂ ਉਵੇਂ ਲਿਖ ਦਾਂਗੇ 30, ਠੀਕ ਹੈ 30 ਉਵੇਂ ਲਿਖਤਾ। ਹੁਣ ਇਹਨਾਂ ਦੋਵਾਂ ਦਾ ਆਪਾਂ ਕੀ ਕੱਢਣਾ ਸੀ ਪਹਿਲਾਂ ਏਰੀਆ ABCD ਦਾ ਏਰੀਆ ਕੱਢਣਾ ਸੀ ਨਾ ਆਪਾਂ, ABCD ਦਾ ਦਾ ਜਿਵੇਂ ਸ਼ੁਰੂ ਵਿੱਚ ਲਿਖਿਆ ਸੀ ਮੈਂ ਏਰੀਆ ABD ਦਾ ਵੀ ਕੱਢਣਾ ਪੈਣਾ ਅਤੇ ਏਰੀਆ BCD ਦਾ ਵੀ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਵੀ ਹਾਊ ਮਚ ਏਰੀਆ ਡਜ਼ ਇਟ ਆਕੂਪਾਈ, ਵੀ ਪੂਰਾ ਏਰੀਆ ਕਿੰਨਾ ਘੇਰਦੇ ਆ ਜਿਹੜਾ ਪਾਰਕ ਹੈ, ਠੀਕ ਹੈ। ਤਾਂ ਉਹਦੇ ਲਈ ਫਿਰ ਆਪਾਂ ਨੂੰ ABCD ਦਾ ਫਾਈਂਡ ਕਰਨਾ ਪੈਣਾ ਸੀ। ਹੁਣ ਆਪਾਂ ABD ਦਾ ਵੀ ਕੱਢ ਲਿਆ ਅਤੇ BCD ਦਾ ਵੀ ਕੱਢ ਲਿਆ, ਠੀਕ ਹੈ, ਜੋ ਕਿ ਵੈਲਿਊਜ਼ ਮੈਂ ਭਰੀਆਂ ਹੋਈਆਂ ਇੱਥੇ ਆਹ ਦੇਖੋ, ਠੀਕ ਹੈ। ਹੁਣ ਇਹਦਾ ਆਪਾਂ ਕੀ ਕਰ ਦਾਂਗੇ ਪਲੱਸ
प्लस करना पैना ना, जे पूरा एरिया फाइंड करना ਤਾਂ ਕੀ ਹੋ ਗਿਆ ਇਹਨੂੰ प्लस करके ਕੀ ਆ ਜਾਊਗਾ 6 ਉਵੇਂ ਦਾ ਉਵੇਂ ਹੀ ਆ ਜਾਊਗਾ। ਇੱਥੇ 4 ਇੱਥੇ ਪੁਆਇੰਟ ਆ ਜਾਊਗਾ 5 + 0 5 ਅਤੇ 3 + 3 6 65.46 ਇਹ ਆਪਣੇ ਕੋਲ ਟੋਟਲ ਏਰੀਆ ਆ ਗਿਆ ਕੁਆਡਰੀਲੇਟਰਲ ਜਿਹੜਾ ਉਹਨਾਂ ਨੇ ਪੁੱਛਿਆ ਸੀ ਏਰੀਆ ABCD, ਇਹ ਆਪਣਾ ਆ ਗਿਆ ਆਨਸਰ 65.46।